ਬਲਵੰਤ ਗਾਰਗੀ ਜੀਵਨ ਅਤੇ ਰਚਨਾ। ਬਲਵੰਤ ਗਾਰਗੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਇਹ ਪੰਜਾਬੀ ਦੇ ਗਿਣੇ ਚੁਣੇ ਉਹਨਾਂ ਲੇਖਕਾਂ ਵਿੱਚੋਂ ਹੈ ਜਿਨ੍ਹਾਂ ਨੇ ਆਪਣੀ ਲੇਖਣੀ ਨੂੰ ਆਪਣੇ ਕਿੱਤੇ ਵਜੋਂ ਅਪਣਾਇਆ। ਲੇਖਣੀ ਨੂੰ ਆਪਣੇ ਕਿੱਤੇ ਵਜੋਂ ਅਪਣਾਇਆ ਦਾ ਭਾਵ ਹੈ ਕਿ ਇਹਨਾਂ ਵਿੱਚ ਜੋ ਰਾਈਟਿੰਗ ਦਾ ਟੈਲੈਂਟ ਸੀ ਉਸ ਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਆਪਣੀ ਲਾਈਫ ਵਿੱਚ ਅੱਗੇ ਲੈ ਕੇ ਗਏ। ਪੰਜਾਬੀ ਸਾਹਿਤ ਵਿੱਚ ਗਾਰਗੀ ਨੂੰ ਪ੍ਰਸਿੱਧੀ ਭਾਵੇਂ ਨਾਟਕ ਦੇ ਖੇਤਰ ਵਿੱਚ ਮਿਲੀ, ਪਰ ਵਾਰਤਕ ਦੇ ਖੇਤਰ ਵਿੱਚ ਵੀ ਇਹਨਾਂ ਦਾ ਨਾਂ ਪੰਜਾਬੀ ਦੇ ਉੱਚ ਕੋਟੀ ਦੇ ਵਾਰਤਕਕਾਰਾਂ ਵਿੱਚ ਆਉਂਦਾ ਹੈ। ਗਾਰਗੀ ਨੇ ਆਪਣਾ ਸਾਹਿਤਕ ਜੀਵਨ ਕਹਾਣੀ ਲੇਖਕ ਅਤੇ ਨਾਵਲਕਾਰ ਦੇ ਤੌਰ 'ਤੇ ਸ਼ੁਰੂ ਕੀਤਾ, ਪਰ ਛੇਤੀ ਹੀ ਉਹਨਾਂ ਨੇ ਆਪਣੇ ਅੰਦਰ ਰੰਗਮੰਚ ਦੀ ਸੂਝ ਨੂੰ ਅਨੁਭਵ ਕਰਦੇ ਹੋਏ ਆਪਣਾ ਰੁਖ ਨਾਟਕ ਦੇ ਖੇਤਰ ਵੱਲ ਮੋੜ ਲਿਆ। ਵੈਸੇ ਤਾਂ ਇਹਨਾਂ ਨੇ ਕਹਾਣੀਆਂ ਵੀ ਲਿਖੀਆਂ, ਨਾਵਲ ਵੀ ਲਿਖੇ, ਸਵੈ ਜੀਵਨੀ ਵੀ ਲਿਖੀ ਹੈ, ਪਰ ਸਭ ਤੋਂ ਵੱਧ ਇੰਟਰਸਟ ਇਹਨਾਂ ਦਾ ਜੋ ਹੈ ਉਹ ਨਾਟਕ ਅਤੇ ਰੰਗਮੰਚ ਵੱਲ ਸੀ। ਇਸ ਲਈ ਇਹਨਾਂ ਨੇ ਨਾਟਕ ਦੇ ਖੇਤਰ ਵਿੱਚ ਹੀ ਆਪਣਾ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਨਾਟਕ ਦੇ ਖੇਤਰ ਵਿੱਚ ਹੀ ਇਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਮਿਲੀ ਹੈ। ਗਾਰਗੀ ਨੇ ਆਪਣੇ ਪਹਿਲੇ ਨਾਟਕ ਲੋਹਾ ਕੁੱਟ ਨਾਲ ਹੀ ਪੰਜਾਬੀ ਨਾਟਕ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਲਈ। ਬਲਵੰਤ ਗਾਰਗੀ ਦਾ ਜਨਮ 1916 ਵਿੱਚ ਬਠਿੰਡੇ ਦੇ ਨੇੜੇ ਪਿੰਡ ਸਹਿਣਾ ਵਿੱਚ ਲਾਲਾ ਸ਼ਿਵ ਚੰਦ ਦੇ ਘਰ ਹੋਇਆ। ਇਹਨਾਂ ਦੇ ਪਿਤਾ ਨਹਿਰੀ ਮਹਿਕਮੇ ਵਿੱਚ ਮੁਲਾਜ਼ਮ ਸਨ। ਮੁੱਢਲੀ ਸਿੱਖਿਆ ਪਿੰਡ ਤੋਂ, 10ਵੀਂ ਬਠਿੰਡੇ ਤੋਂ, FA ਮਹਿੰਦਰਾ ਕਾਲਜ ਪਟਿਆਲਾ ਤੋਂ ਅਤੇ BA ਅਤੇ MA ਲਾਹੌਰ ਤੋਂ ਪ੍ਰਾਪਤ ਕੀਤੀ। ਕੁਝ ਚਿਰ ਆਪ ਪ੍ਰੀਤਨਗਰ ਵਿੱਚ ਰਹੇ ਅਤੇ ਲਾਹੌਰ ਰੇਡੀਓ ਲਈ ਲਿਖਦੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਦਿੱਲੀ ਵਿੱਚ ਵਸ ਗਏ। 1965 ਤੋਂ 1967 ਤੱਕ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਭਾਰਤੀ ਨਾਟਕ ਦੇ ਪ੍ਰੋਫੈਸਰ ਰਹੇ। 1968 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਪ ਨੇ ਨਾਟਕ ਤੇ ਥੀਏਟਰ ਨੂੰ ਸਥਾਪਿਤ ਕੀਤਾ। ਅੱਜ ਕੱਲ੍ਹ ਦਿੱਲੀ ਵਿੱਚ ਰਹਿ ਕੇ ਵਿੱਤ ਚਿੱਤਰ, ਡਾਕੂਮੈਂਟਰੀ ਫਿਲਮਸ ਅਤੇ ਦਿੱਲੀ ਦੂਰਦਰਸ਼ਨ ਲਈ ਸੀਰੀਅਲ ਬਣਾਉਂਦੇ ਹਨ। ਬਲਵੰਤ ਗਾਰਗੀ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਿਆ ਫਿਰਿਆ ਲੇਖਕ ਹੈ, ਇਸ ਕਰਕੇ ਇਸ ਨੂੰ ਜ਼ਿੰਦਗੀ ਦਾ ਡੂੰਘਾ ਅਨੁਭਵ ਹੈ। ਉਸ ਦੇ ਰੇਖਾ ਚਿੱਤਰ ਪੰਜਾਬੀ ਵਾਰਤਕ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਇਹਨਾਂ ਦੀ ਰੇਖਾ ਚਿੱਤਰਾਂ ਦੀ ਵਾਰਤਕ ਸ਼ੈਲੀ ਸਾਦੀ, ਹਲਕੀ ਫੁਲਕੀ ਅਤੇ ਵਿਅੰਗਮਈ ਹੈ। ਦੇਖੋ, ਨਾਟਕ ਦੇ ਖੇਤਰ ਵਿੱਚ ਇਹ ਬਹੁਤ ਜ਼ਿਆਦਾ ਪ੍ਰਸਿੱਧ ਹਨ, ਪਰ ਉਸ ਦੇ ਨਾਲ ਇਹਨਾਂ ਦੇ ਰੇਖਾ ਚਿੱਤਰ ਵੀ ਬਹੁਤ ਪ੍ਰਸਿੱਧ ਹਨ। ਰੇਖਾ ਚਿੱਤਰ ਕੀ ਹੁੰਦੇ ਹਨ? ਜੀਵਨੀ ਦੇ ਨਾਲ ਮਿਲਦਾ ਜੁਲਦਾ ਹੀ ਰੇਖਾ ਚਿੱਤਰ ਹੁੰਦਾ ਹੈ, ਪਰ ਰੇਖਾ ਚਿੱਤਰ ਦੇ ਵਿੱਚ ਇੱਕ ਵਿਸ਼ੇਸ਼ ਵਿਅਕਤੀ ਦੀ ਸ਼ਖਸੀਅਤ, ਉਸ ਦਾ ਸੁਭਾਅ, ਉਸ ਦੇ ਆਲੇ ਦੁਆਲੇ ਦੀ ਪਰਿਸਥਿਤੀਆਂ ਨੂੰ ਇਸ ਤਰ੍ਹਾਂ ਵਿਖਾਇਆ ਜਾਂਦਾ ਹੈ ਕਿ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਉਸ ਦਾ ਚਿੱਤਰ ਤੁਹਾਡੇ ਸਾਹਮਣੇ ਖਿੱਚਿਆ ਜਾ ਰਿਹਾ ਹੈ। ਸ਼ਬਦਾਂ ਦੇ ਰਾਹੀਂ ਚਿੱਤਰ ਖਿੱਚਣਾ ਹੀ ਰੇਖਾ ਚਿੱਤਰ ਹੈ। ਗਾਰਗੀ ਗੱਲਬਾਤੀ ਸ਼ੈਲੀ ਰਾਹੀਂ ਆਪਣੀ ਵਾਰਤਕ ਨੂੰ ਰੋਚਕ ਬਣਾ ਦਿੰਦੇ ਹਨ। ਇਹਨਾਂ ਦੀ ਸ਼ਬਦਾਵਲੀ ਵਿੱਚ ਮਾਲਵੇ ਦੀ ਉਪਭਾਸ਼ਾ ਦੇ ਸ਼ਬਦ ਮਿਲਦੇ ਹਨ। ਮਾਲਵਾ ਕਿਹੜਾ ਇਲਾਕਾ ਹੈ? ਲੁਧਿਆਣਾ, ਬਠਿੰਡਾ, ਮਾਨਸਾ, ਪਟਿਆਲਾ, ਇਹ ਜਿੰਨੇ ਸ਼ਹਿਰ ਨੇ ਪੰਜਾਬ ਦੇ, ਇਹ ਮਾਲਵੇ ਦੇ ਇਲਾਕੇ ਵਿੱਚ ਆਉਂਦੇ ਹਨ ਅਤੇ ਉੱਥੋਂ ਦੀ ਬੋਲੀ ਦੇ ਸ਼ਬਦ ਵੀ ਇਹਨਾਂ ਦੀ ਰਚਨਾ ਵਿੱਚ ਸਾਨੂੰ ਮਿਲਦੇ ਹਨ। ਗਾਰਗੀ ਦੀ ਆਪਣੀ ਭਾਸ਼ਾ ਉੱਤੇ ਇੰਨੀ ਪਕੜ ਹੈ ਕਿ ਸੂਖਮ ਤੋਂ ਸੂਖਮ ਗੱਲ ਵੀ ਗਿਣੇ ਚੁਣੇ ਸ਼ਬਦਾਂ ਵਿੱਚ ਕਹਿ ਜਾਂਦੇ ਹਨ। ਛੋਟੀ ਤੋਂ ਛੋਟੀ ਗੱਲ ਹੋਵੇ ਜਾਂ ਵੱਡੀ ਤੋਂ ਵੱਡੀ ਗੱਲ ਹੋਵੇ, ਉਸ ਨੂੰ ਸ਼ਬਦਾਂ ਰਾਹੀਂ ਇਸ ਤਰੀਕੇ ਨਾਲ ਕਹਿੰਦੇ ਹਨ ਕਿ ਉਹ ਬਹੁਤ ਹੀ ਪ੍ਰਭਾਵਸ਼ਾਲੀ ਲੱਗਦੀ ਹੈ। ਕਹਿਣ ਦੀ ਦਲੇਰੀ ਕਾਰਨ ਉਹ ਬਿਨਾਂ ਝਿਜਕ ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਿੰਦਗੀ ਦੇ ਸੱਚ ਨੂੰ ਭਾਵੇਂ ਉਹ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ, ਨਿਝਕ ਹੋ ਕੇ ਬੇਬਾਕ ਰੂਪ ਵਿੱਚ ਬਿਆਨ ਕਰਦੇ ਹਨ। ਹੁਣ ਇਹ ਡਰਦੇ ਨਹੀਂ ਹੈਗੇ
ਚਾਹੇ ਕੋਈ ਗੱਲ ਕਿਸੇ ਨੂੰ ਕਿਸ ਤਰ੍ਹਾਂ ਵੀ ਲੱਗੇ, ਇਹ ਬਿਲਕੁਲ ਸੱਚ ਲਿਖਦੇ ਹਨ। ਸਾਹਮਣੇ ਪੜ੍ਹਨ ਵਾਲੇ ਨੂੰ ਉਹ ਚੰਗੀ ਵੀ ਲੱਗ ਸਕਦੀ ਹੈ ਅਤੇ ਉਹ ਮਾੜੀ ਵੀ, ਪਰ ਇਹ ਉਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਕਰਦੇ। ਇਹਨਾਂ ਦੀ ਆਤਮ ਕਥਾ ਨੰਗੀ ਧੁੱਪ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਗਾਰਗੀ ਮਨੁੱਖੀ ਜੀਵਨ ਦੀਆਂ ਕਮਜ਼ੋਰੀਆਂ ਦਾ ਬਿਆਨ ਵਧੇਰੇ ਬਾਰੀਕੀ ਨਾਲ ਕਰਦਾ ਹੈ। ਗਾਰਗੀ ਦੀ ਵਾਰਤਕ ਸ਼ੈਲੀ ਵਿੱਚ ਵੇਗ, ਵਿਅੰਗ, ਚੋਟ, ਕਟਾਕਸ਼ ਤੇ ਤਣਾਅ ਹੈ। ਇੱਕ ਰਵਾਨਗੀ ਹੈ, ਵੇਗ ਹੈ, ਵਿਅੰਗ ਹਾਸ ਰਸ ਹੈ, ਚੋਟ ਹੈ, ਕਟਾਕਸ਼ ਮਤਲਬ ਕਿ ਗੱਲਾਂ ਨੂੰ ਕੱਟਦੇ ਵੀ ਨੇ। ਇਹ ਕੋਈ ਪਰੰਪਰਾਗਤ ਪੁਰਾਣੀ ਰੀਤ ਚੱਲੀ ਆ ਰਹੀ ਹੈ ਉਹਨੂੰ ਕੱਟਦੇ ਨੇ ਅਤੇ ਆਪਣੇ ਵਿਚਾਰ ਨੂੰ ਪੇਸ਼ ਕਰਦੇ ਨੇ, ਜਿਸ ਦੇ ਫਲਸਰੂਪ ਗਾਰਗੀ ਦੀ ਵਾਰਤਕ ਮਨ ਨੂੰ ਛੂਹ ਲੈਂਦੀ ਹੈ। ਹੁਣ ਅਸੀਂ ਇਹਨਾਂ ਦੀ ਰਚਨਾਵਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਨਾਵਲ ਹੈ ਕੱਕਾ ਰੇਤਾ, ਸਵੈ ਜੀਵਨੀ ਨੰਗੀ ਧੁੱਪ ਅਤੇ ਕਹਾਣੀ ਸੰਗ੍ਰਹਿ ਡੁੱਲੇ ਬੇਰ, ਲੱਕੜਾਂ ਦਾ ਗੱਡਾ, ਪਿਆਜ਼ੀ ਚੁੰਨੀ, ਕਾਲਾ ਅੰਬ। ਪੂਰੇ ਨਾਟਕ ਨੇ ਇਹਨਾਂ ਦੇ ਲੋਹਾ ਕੁੱਟ, ਸੈਲ ਪੱਥਰ, ਵਿਸਵੇਦਾਰ, ਨਵਾਂ ਮੁੱਢ, ਘੁੱਗੀ, ਕੇਸਰੋ, ਕਣਕ ਦੀ ਬੱਲੀ, ਸੋਹਣੀ ਮਹੀਵਾਲ, ਧੁਣੀ ਦੀ ਅੱਗ, ਗਗਨ ਮੈਥਾਲ, ਰਜ਼ੀਆ ਸੁਲਤਾਨ, ਸੌਕਣ ਆਦਿ। ਇਕਾਂਗੀ ਸੰਗ੍ਰਹਿ ਬੇਬੇ, ਦੋ ਪਾਸੇ, ਦਸਵੰਧ, ਦੁੱਧ ਦੀਆਂ ਧਾਰਾਂ, ਕੁਆਰੀ ਟੀਸੀ, ਚਾਕੂ, ਪੈਂਤੜੇਬਾਜ਼ ਆਦਿ। ਰੇਖਾ ਚਿੱਤਰ ਨੇ ਸੁਰਮੇ ਵਾਲੀ ਅੱਖ, ਨਿੰਮ ਦੇ ਪੱਤੇ, ਕੌਡੀਆਂ ਵਾਲਾ ਸੱਪ। ਯਾਤਰਾ ਸਾਹਿਤ ਹੈ ਪਾਤਾਲ ਦੀ ਧਰਤੀ। ਇਸ ਤੋਂ ਬਾਅਦ ਅਸੀਂ ਇਹਨਾਂ ਦਾ ਲਿਖਿਆ ਹੋਇਆ ਲੇਖ ਨਾਟਕ ਦੀ ਨੱਕੜ ਦਾਦੀ, ਜੋ ਤੁਹਾਡੇ ਸਿਲੇਬਸ ਦੇ ਵਿੱਚ ਐਡ ਹੈ, ਉਸ ਬਾਰੇ ਸੰਖੇਪ ਰੂਪ ਵਿੱਚ ਗੱਲ ਕਰਾਂਗੇ। ਨਾਟਕ ਦੀ ਨੱਕੜ ਦਾਦੀ ਨਾਮਕ ਰੇਖਾ ਚਿੱਤਰ ਬਲਵੰਤ ਗਾਰਗੀ ਦੀ ਪੁਸਤਕ ਸੁਰਮੇ ਵਾਲੀ ਅੱਖ ਵਿੱਚੋਂ ਲਿਆ ਗਿਆ ਹੈ। ਸਭ ਤੋਂ ਪਹਿਲੇ ਨੱਕੜ ਦਾਦੀ ਸ਼ਬਦ ਕੀ ਹੁੰਦਾ ਹੈ? ਦਾਦੀ ਦੀ ਦਾਦੀ, ਠੀਕ ਹੈ। ਜਿਵੇਂ ਹੁਣ ਤੁਸੀਂ ਹੋ, ਤੁਹਾਡੀ ਦਾਦੀ ਦੀ ਦਾਦੀ, ਨੱਕੜ ਦਾਦੀ। ਹੁਣ ਇਸ ਰੇਖਾ ਚਿੱਤਰ ਦੇ ਵਿੱਚ ਨੱਕੜ ਦਾਦੀ ਨੋਰਾ ਰਿਚਰਡ ਨੂੰ ਕਿਹਾ ਗਿਆ ਹੈ, ਠੀਕ ਹੈ। ਜਦੋਂ ਤੁਸੀਂ ਇਹ ਰੇਖਾ ਚਿੱਤਰ ਪੜ੍ਹੋਗੇ, ਸੁਣੋਗੇ ਤੇ ਤੁਹਾਨੂੰ ਸਮਝ ਆਏਗਾ ਕਿ ਕਿਉਂ ਕਿਹਾ ਗਿਆ ਹੈ। ਇਸ ਵਿੱਚ ਗਾਰਗੀ ਨੇ ਪੰਜਾਬੀ ਨਾਟਕ ਤੇ ਥੀਏਟਰ ਦੀ ਮੂਲ ਪ੍ਰੇਰਨਾ ਸ਼੍ਰੀਮਤੀ ਨੋਰਾ ਰਿਚਰਡ ਨਾਲ ਅੰਧਰੇਟੇ ਉਸਦੇ ਨਿਵਾਸ ਸਥਾਨ ਵਿੱਚ ਆਪਣੀ ਇੱਕ ਮੁਲਾਕਾਤ ਬਾਰੇ ਲਿਖਿਆ ਹੈ। ਨੋਰਾ ਰਿਚਰਡ ਦੇ ਨਾਲ ਜਦੋਂ ਉਹ ਮਿਲੇ ਸੀ, ਉਸ ਐਕਸਪੀਰੀਅੰਸ ਨੂੰ ਹੀ ਇਹਨਾਂ ਨੇ ਇਸ ਰੇਖਾ ਚਿੱਤਰ ਵਿੱਚ ਪੇਸ਼ ਕੀਤਾ ਹੈ। ਸ਼੍ਰੀਮਤੀ ਨੋਰਾ ਆਪਣੇ ਪਤੀ ਜੋ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਦੇ ਨਾਲ ਪੰਜਾਬ ਆਈ। ਆਪਣੇ ਪਤੀ ਦੇ ਮਰਨ ਉਪਰੰਤ ਉਸਨੇ ਪੰਜਾਬ ਨੂੰ ਆਪਣਾ ਘਰ ਬਣਾ ਲਿਆ ਅਤੇ ਸਦਾ ਲਈ ਇੱਥੇ ਵਸ ਗਈ। ਸ਼੍ਰੀਮਤੀ ਨੋਰਾ ਨੇ ਆਪਣੇ ਪਤੀ ਦੇ ਕਾਲਜ ਦੇ ਵਿਦਿਆਰਥੀਆਂ ਨੂੰ ਸਥਾਨਕ ਲੋਕਾਂ ਦੀਆਂ ਮੂਲ ਸਮੱਸਿਆਵਾਂ ਨੂੰ ਲੈ ਕੇ ਪੰਜਾਬੀ ਵਿੱਚ ਮੌਲਿਕ ਨਾਟਕ ਲਿਖਣ ਅਤੇ ਮੰਚ 'ਤੇ ਪੇਸ਼ ਕਰਨ ਦੀ ਪ੍ਰੇਰਨਾ ਦਿੱਤੀ। ਸ਼੍ਰੀਮਤੀ ਨੋਰਾ ਨੂੰ ਪੰਜਾਬੀ ਨਾਟਕ ਨਾਲ ਅੰਤਾਂ ਦਾ ਮੋਹ ਹੋ ਗਿਆ, ਜਿਸ ਦੇ ਫਲਸਰੂਪ ਉਸਨੇ ਪਾਲਮਪੁਰ ਨੇੜੇ ਅੰਧਰੇਟੇ ਵਿੱਚ ਆਪਣਾ ਨਿਵਾਸ ਸਥਾਨ ਬਣਾ ਲਿਆ। ਕਿਉਂਕਿ ਨੋਰਾ ਰਿਚਰਡ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਅੰਗਰੇਜ਼ੀ ਨਾਟਕ ਜ਼ਿਆਦਾ ਲਿਖੇ ਜਾ ਰਹੇ ਸੀ ਅਤੇ ਖੇਡੇ ਜਾ ਰਹੇ ਸੀ, ਪਰ ਨੋਰਾ ਰਿਚਰਡ ਨੇ ਪੰਜਾਬੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਨਾਟਕ ਲਿਖੋ ਅਤੇ ਰੰਗਮੰਚ 'ਤੇ ਖੇਡੋ। ਇਸ ਰੇਖਾ ਚਿੱਤਰ ਵਿੱਚ ਗਾਰਗੀ ਨੇ ਸ਼੍ਰੀਮਤੀ ਨੋਰਾ ਦੇ ਸਾਦਗੀ ਭਰੇ ਜੀਵਨ ਦੀ ਝਲਕ ਦਿੱਤੀ ਹੈ। ਅੰਧਰੇਟੇ ਵਿਖੇ ਆਪਣੇ ਖੁੱਲ੍ਹੇ ਰੰਗਮੰਚ ਦੇ ਨਾਟਕਾਂ ਨੂੰ ਮੰਚਨ ਕਰਨ ਦੇ ਤਜਰਬੇ ਕਰਦੀ ਰਹਿੰਦੀ ਸੀ। ਕੰਨਾਂ ਤੋਂ ਨਾ ਸੁਣਨ ਦੇ ਬਾਵਜੂਦ ਵੀ ਉਹ ਆਪਣੀ ਜ਼ਿੰਦਗੀ ਦੇ ਖੂਬਸੂਰਤ ਦਿਨ ਕੱਟ ਰਹੀ ਸੀ। ਇਸ ਰੇਖਾ ਚਿੱਤਰ ਵਿੱਚ ਗਾਰਗੀ ਨੇ ਇਹ ਦੱਸਣ ਦਾ ਸਫਲ ਯਤਨ ਕੀਤਾ ਹੈ ਕਿ ਸਵਾਦ ਭਰਿਆ ਆਨੰਦਮਈ ਜੀਵਨ ਜਿਉਣ ਲਈ ਬਹੁਤ ਸਾਰੇ ਧਨ ਦੌਲਤ ਦੀ ਜ਼ਰੂਰਤ ਨਹੀਂ, ਸਗੋਂ ਮਨੁੱਖ ਕੋਲ ਹਰ ਸਥਿਤੀ ਵਿੱਚ ਜੀਵਨ ਜਿਉਣ ਦੀ ਕਲਾ ਹੋਣੀ ਚਾਹੀਦੀ ਹੈ। ਤੇ ਨੋਰਾ ਰਿਚਰਡ ਤੁਹਾਨੂੰ ਇਹੀ ਕਲਾ ਦਿਖਾਉਂਦੇ ਹੋਏ ਵਿਖੇਗੀ ਕਿ ਉਹ ਸਿੰਪਲ ਲਾਈਫ ਜੀਂਦੀ ਹੈ ਤੇ ਹਰ ਕੰਡੀਸ਼ਨ ਦੇ ਵਿੱਚ ਉਹ
ਸਹਿਜ ਰਹਿੰਦੀ ਹੈ। ਸ਼੍ਰੀਮਤੀ ਨੋਰਾ ਰਿਚਰਡ ਆਪਣੇ ਅੰਤਲੇ ਸਾਹ ਤੱਕ ਕੱਖਾਂ ਦੀ ਕੱਚੀ ਕੁੱਲੀ ਵਿੱਚ ਸੰਤੁਸ਼ਟ ਜੀਵਨ ਬਤੀਤ ਕਰਦੀ ਰਹੀ ਅਤੇ ਸਿਰਜਣਾਤਮਕ ਨਾਟਕੀ ਸ਼ੌਂਕ ਦੀ ਪੂਰਤੀ ਵੀ। ਗਾਰਗੀ ਨੇ ਇਹ ਰੇਖਾ ਚਿੱਤਰ ਵਾਰਤਾਲਾਪੀ ਸ਼ੈਲੀ ਵਿੱਚ ਸਿਰਜਿਆ ਹੈ, ਕਿਉਂਕਿ ਗਾਰਗੀ ਦੀ ਜੋ ਮੁਲਾਕਾਤ ਹੈ ਨੋਰਾ ਰਿਚਰਡ ਦੇ ਨਾਲ ਹੋਈ, ਉਸ ਨੂੰ ਉਸਨੇ ਇਸ ਰੇਖਾ ਚਿੱਤਰ ਵਿੱਚ ਪੇਸ਼ ਕੀਤਾ ਹੈ। ਇਸ ਲਈ ਗੱਲਬਾਤ ਸ਼ੈਲੀ ਦਾ ਹੋਣਾ ਇਸ ਵਿੱਚ ਲਾਜ਼ਮੀ ਸੀ। ਮੁੱਖ ਰੂਪ ਵਿੱਚ ਨਾਟਕਕਾਰ ਹੋਣ ਕਰਕੇ ਇਸ ਪ੍ਰਕਾਰ ਦੀ ਸ਼ੈਲੀ ਉੱਤੇ ਉਸ ਦੀ ਮੁਹਾਰਤ ਹੈ। ਇਸ ਰੇਖਾ ਚਿੱਤਰ ਵਿੱਚ ਗਾਰਗੀ ਗੱਲਬਾਤ ਰਾਹੀਂ ਵਿਅਕਤੀ ਦਾ ਮੂੰਹ ਮੁਹਾਂਦਰਾ ਅਤੇ ਚਿਹਰਾ ਮੋਹਰਾ ਸਾਡੀਆਂ ਅੱਖਾਂ ਸਾਹਮਣੇ ਖੜਾ ਕਰ ਦਿੰਦਾ ਹੈ। ਇੱਕ ਰੇਖਾ ਚਿੱਤਰ ਦੀ ਇਹੀ ਖੂਬਸੂਰਤੀ ਹੈ ਕਿ ਉਹ ਇਸੇ ਤਰੀਕੇ ਨਾਲ ਲਿਖਿਆ ਹੋਣਾ ਚਾਹੀਦਾ ਹੈ ਕਿ ਉਸ ਨੂੰ ਪੜ੍ਹਦੇ ਸਾਰ ਹੀ ਉਸ ਵਿਅਕਤੀ ਦਾ ਚਿਹਰਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਜਾਏ, ਜਿਹਦੇ ਬਾਰੇ ਉਹ ਰੇਖਾ ਚਿੱਤਰ ਲਿਖਿਆ ਗਿਆ ਹੈ, ਅਤੇ ਇਸ ਕੰਮ ਵਿੱਚ ਗਾਰਗੀ ਸਫਲ ਹੋਇਆ ਹੈ। ਇਹ ਰੇਖਾ ਚਿੱਤਰ ਉੱਤਮ ਪੁਰਖ ਸ਼ੈਲੀ ਵਿੱਚ ਲਿਖਿਆ ਹੋਣ ਕਰਕੇ ਵੀ ਰੋਚਕ ਪ੍ਰਤੀਤ ਹੁੰਦਾ ਹੈ। ਨਾਟਕੀ ਮੌਕਾ ਮੇਲ ਰਾਹੀਂ ਇਸ ਰੇਖਾ ਚਿੱਤਰ ਵਿੱਚ ਗਾਰਗੀ ਨੇ ਕਈ ਥਾਂ ਨਾਟਕੀ ਸਿਖਰ ਉਸਾਰੇ ਹਨ। ਜਿੱਥੇ ਇਹ ਰੇਖਾ ਚਿੱਤਰ ਸ਼੍ਰੀਮਤੀ ਨੋਰਾ ਰਿਚਰਡ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਉੱਥੇ ਮਨੁੱਖੀ ਜੀਵਨ ਦੀਆਂ ਕਈ ਬੁਨਿਆਦੀ ਕੀਮਤਾਂ ਉੱਤੇ ਵੀ ਚਾਨਣ ਪਾਉਂਦਾ ਹੈ। ਇਸ ਤੋਂ ਬਾਅਦ ਅਸੀਂ ਅਗਲੀ ਵੀਡੀਓ ਦੇ ਵਿੱਚ ਨਾਟਕ ਦੀ ਨੱਕੜਦਾਦੀ ਰੇਖਾ ਚਿੱਤਰ ਨੂੰ ਪੜ੍ਹਾਂਗੇ ਅਤੇ ਫਿਰ ਤੁਹਾਨੂੰ ਸਮਝ ਆਏਗਾ ਕਿ ਕਿਸ ਤਰ੍ਹਾਂ ਨੋਰਾ ਰਿਚਰਡ ਦੀ ਸ਼ਖਸੀਅਤ ਅਤੇ ਉਹਨਾਂ ਦੇ ਸੁਭਾਅ ਦੇ ਬਾਰੇ ਗਾਰਗੀ ਨੇ ਪੇਸ਼ ਕੀਤਾ ਹੈ। ਧੰਨਵਾਦ।